ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਐਫਵਾਈ ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਨੂੰ ਦੱਸ ਦਈਏ ਕਿ ਅਸੀਂ BC ਦੇ ਵਿੱਚ ਹੁਣ ਤੀਜੇ ਫੇਜ਼ ਦੇ ਵਿੱਚ ਦਾਖਲ ਹੋਣ ਜਾ ਰਹੇ ਹਾਂ। ਪ੍ਰੀਮੀਅਰ ਜੌਨ ਹੋਲਗਨ ਨੇ ਅਨਾਉਂਸ ਕਰ ਦਿੱਤਾ ਕਿ BC ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਆ, ਪਰ ਜਿਹੜੀ 2 ਮੀਟਰ ਤੁਸੀਂ ਦੂਰੀ ਬਣਾ ਕੇ ਰੱਖਣੀ ਹੈ ਉਹ ਲਾਗੂ ਰਹੇਗੀ। ਨਾਲ ਤੁਸੀਂ ਆਪਣੇ ਹੈਂਡ ਵਾਸ਼ ਕਰਦੇ ਰਹੋ, ਮਾਸਕ ਪਾ ਕੇ ਰੱਖੋ। ਜੇ ਤੁਹਾਨੂੰ ਲੱਗਦਾ ਕਿ ਅਸੀਂ ਕਿਸੇ ਦੇ ਨਾਲ ਗੱਲ ਕਰ ਰਹੇ ਹੈਗੇ ਆ ਜਾਂ 2 ਮੀਟਰ ਦੀ ਦੂਰੀ ਸੰਭਵ ਨਹੀਂ ਹੈਗੀ ਤੇ ਨਾਲ 50 ਲੋਕਾਂ ਤੋਂ ਜ਼ਿਆਦਾ ਦਾ ਇਕੱਠ ਨਹੀਂ ਕਰ ਸਕਦੇ। ਤੇ ਨਾਲ ਇਸ ਤੋਂ ਬਾਅਦ WHO ਦੇ ਵੱਲੋਂ ਵੀ ਇੱਕ ਜੋ ਵਾਰਨਿੰਗ ਹੈ ਉਹ ਦਿੱਤੀ ਗਈ ਹੈ ਕਿ ਹੁਣ ਅਗਲੇ ਹਫਤੇ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ 10 ਮਿਲੀਅਨ ਲੋਕ ਕੋਵਿਡ ਤੋਂ ਇਫੈਕਟਡ ਹੋ ਜਾਣਗੇ ਗਲੋਬਲੀ। ਹੁਣ ਕੀ ਕੁਝ ਹੋ ਰਿਹਾ ਹੈਗਾ, ਤੀਜੇ ਫੇਜ਼ ਤੇ ਅਸੀਂ ਜਾ ਰਹੇ ਹੈਗੇ ਆ, ਸੈਕਿੰਡ ਵੇਵ ਆਉਣ ਦੇ ਚਾਂਸਸ ਵੀ ਹੈਗੇ ਨੇ, ਕਿਹੜੀਆਂ ਸਟੱਡੀਜ਼ ਆਈਆਂ ਨੇ, ਇਹ ਸਾਰੇ ਬਾਰੇ ਗੱਲਬਾਤ ਕਰਨ ਦੇ ਲਈ ਹਰ ਹਫਤੇ ਦੀ ਤਰ੍ਹਾਂ ਇਸ ਹਫਤੇ ਮੇਰੇ ਨਾਲ ਪਹੁੰਚੇ ਹੋਏ ਨੇ ਡਾਕਟਰ ਪ੍ਰਗਟ ਸਿੰਘ ਪੁਰਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਇਨਫੋਰਮੇਸ਼ਨ ਲੈਂਦੇ ਹਾਂ। ਡਾਕਟਰ ਪੁਰਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਅਰਸ਼ ਜੀ, ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਪੁਰਜੀ, ਜਿਵੇਂ ਮੈਂ ਦੱਸਿਆ ਕਿ BC ਦੇ ਵਿੱਚ ਵੀ ਆਰ ਲੱਕੀ, ਵੀ ਆਰ ਐਂਟਰਿੰਗ ਇਨ ਫੇਜ਼ 3 ਤੇ ਜਿੱਥੇ ਅਸੀਂ BC ਦੇ ਵਿੱਚ ਘੁੰਮ ਸਕਦੇ ਹਾਂ, BC ਦੇ ਪਾਰਕਾਂ ਦੇ ਵਿੱਚ ਜਾ ਸਕਦੇ ਹੈਗੇ ਆ। ਤੇ ਤੁਹਾਨੂੰ ਕੀ ਲੱਗਦਾ ਕਿ ਫੇਜ਼ 3 ਦੇ ਵਿੱਚ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਸਭ ਤੋਂ ਪਹਿਲਾਂ ਫੇਜ਼ 3 ਚ ਖਾਲੀ ਤੁਹਾਨੂੰ ਘੁੰਮਣ ਦੀ ਥੋੜੀ ਇਜਾਜ਼ਤ ਆ। ਰੈਸਟੋਰੈਂਟ ਜਿਹੜੇ ਬੰਦ ਸੀ ਉਹ ਵੀ ਖੁੱਲਣਗੇ, ਲੇਕਿਨ ਜਿਹੜੀ ਫਿਜ਼ੀਕਲ ਡਿਸਟੈਂਸ ਆਪਾਂ ਰੱਖਣਾ ਘੱਟ ਤੋਂ ਘੱਟ 6 ਫੁੱਟ, ਉਸ ਤੋਂ ਵੱਧ ਵੀ ਰੱਖ ਸਕਦੇ ਹਾਂ। ਹੱਥ ਉਹੀ ਪਹਿਲਾਂ ਸਾਬਣ ਔਰ ਪਾਣੀ ਦੇ ਨਾਲ ਧੋਈਏ, ਨਹੀਂ ਹੈਗਾ ਤਾਂ ਸੈਨੀਟਾਈਜ਼ਰ ਯੂਜ਼ ਕਰੀਏ। ਬਾਹਰ ਜਾਂਦੇ ਹਾਂ ਤੇ ਆਪਾਂ ਮਾਸਕ ਜਿਹੜਾ ਜ਼ਰੂਰ ਪਾਈਏ, ਨਾਨ ਮੈਡੀਕਲ ਮਾਸਕ ਜਿਹੜਾ ਹੁੰਦਾ ਆਮ, ਉਹਦਾ ਅਸੀਂ ਪਿਛਲੇ ਵਾਰ ਵੀ ਜ਼ਿਕਰ ਕੀਤਾ ਸੀ ਵੀ 3 ਲੇਅਰ ਹੋਣੀ ਚਾਹੀਦੀ। ਬਾਹਰਲੀ ਜਿਹੜੀ ਹੋਣੀ ਪੋਲੀਐਸਟਰ ਦੀ, ਅੰਦਰਲੀ ਕਾਟਨ ਦੀ, ਤੇ ਮਿਡਲ ਜਿਹੜਾ ਫਿਲਰ ਲੇਅਰ। ਹੁਣ ਮਾਸਕ ਦੇ ਉੱਤੇ ਅਜੇ ਰਿਸਰਚ ਆਈ ਆ, ਅਜੇ ਉਹ ਮਾਰਕੀਟ 'ਚ ਨਹੀਂ ਆ, ਵੀ ਫਿਊਚਰ 'ਚ ਉਹ ਫੈਬਰਿਕ ਦੇ ਵਿੱਚ ਛੋਟੇ ਛੋਟੇ ਪੋਲਕਾ ਡਾਟਸ ਵਾਂਗਰ ਜ਼ਿੰਕ ਔਰ ਸਿਲਵਰ ਦੇ ਤਿਮਕਣੇ ਪਾਉਣਗੇ। ਜਦ ਗਿੱਲਾ ਮਾਸਕ ਤੇ ਇਲੈਕਟ੍ਰਿਕ ਕਰੰਟ ਮਾਈਲਡ ਚੱਲੂਗਾ, ਜਿਹੜਾ ਬੈਕਟੀਰੀਆ ਔਰ ਵਾਇਰਸਿਸ ਨੂੰ ਉਸ ਵੇਲੇ ਕਿਲ ਕਰੂਗਾ, ਤੁਹਾਨੂੰ ਤੰਗ ਨਹੀਂ ਕਰੂਗਾ। ਸੋ ਫਿਊਚਰ ਆਫ ਮਾਸਕ ਜਿਹੜਾ ਹੈਗਾ ਬ੍ਰਾਈਟ ਆ। ਹੁਣ ਮਾਸਕ ਇੱਕ ਫੈਂਸੀ ਫੈਸ਼ਨ ਸਟੇਟਮੈਂਟ ਵੀ ਬਣ ਗਿਆ, ਲੋਕੀ ਆਪਣੇ ਕੱਪੜਿਆਂ ਦੇ ਨਾਲ ਵੀ ਮੈਚ ਕਰਕੇ ਉਹਨੂੰ ਜਾਂਦੇ ਆ। ਆਨਲਾਈਨ ਵੀ ਮਿਲ ਰਿਹਾ, ਬੜੀਆਂ ਚੀਜ਼ਾਂ ਮਾਸਕ ਦੇ ਉੱਤੇ ਚੱਲ ਰਹੀਆਂ, ਚੰਗੀ ਗੱਲ ਹੈ, ਮਾਸਕ ਲਾਈਏ। ਫੇਜ਼ 3 ਚ ਇਹੀ ਆ ਵੀ ਤੁਸੀਂ ਬ੍ਰਿਟਿਸ਼ ਕੋਲੰਬੀਆ ਚ ਟਰੈਵਲ ਕਰ ਸਕਦੇ ਹੋ, ਬਟ ਅਜੇ ਵੀ ਅਸੀਂ ਇਹੀ ਰਿਕਮੈਂਡ ਕਰਾਂਗੇ ਬਾਹਰ ਨਾ ਜਾਇਓ। ਅਸੀਂ ਜਦੋਂ ਫੇਜ਼ 1 ਚ ਸੀ, ਜਦੋਂ ਲਾਕਡਾਊਨ ਸੀ, ਉਦੋਂ ਹਿਊਮਨ ਟੂ ਹਿਊਮਨ ਕੰਟੈਕਟ ਸਿਰਫ 15% ਸੀ ਜਿਹੜੇ ਐਸੈਂਸ਼ੀਅਲ ਵਰਕਰਸ ਹੈਗੇ ਆ। ਜਦੋਂ ਫੇਜ਼ 2 ਆਇਆ, ਜੋ ਥੋੜੀ ਬਹੁਤ ਖੁੱਲ ਦਿੱਤੀ, ਅਸੀਂ 65% ਚ ਆਏ ਆ। ਫੇਜ਼ 3 ਚ ਉਹ ਹੋਰ ਵਧੂਗਾ, ਲੇਕਿਨ ਇਹਦੇ ਨਾਲ ਚਾਂਸਿਸ ਆ ਵੀ ਸ਼ਾਇਦ ਕੋਵਿਡ ਵੀ ਵਧੇ, ਸ਼ਾਇਦ। ਹਾਲਾਂਕਿ BC ਬਹੁਤ ਚੰਗਾ ਹੈਗਾ, ਸਾਡੇ ਕੇਸਿਸ ਲੋ ਹੈਗੇ ਆ, ਹਮੇਸ਼ਾ 10-12 ਰਹਿੰਦੇ ਆ। ਹਸਪੀਟਲ 'ਚ ਜਿਹੜੇ ਹੈਗੇ ਘੱਟ ਪੀੜਿਤ ਲੋਕੀ ਜਾ ਰਹੇ ਆ, ICU 'ਚ ਪੀੜਿਤ ਘੱਟ ਜਾ ਰਹੇ ਆ, ਔਰ ਡੈਥ ਵੀ ਸਾਡੀ ਹਫ਼ਤੇ 10 ਦਿਨ ਬਾਅਦ ਸ਼ਾਇਦ ਇੱਕ ਹੁੰਦੀ ਆ। ਲੇਕਿਨ ਇਹ ਰਿਸਕ ਜਿਹੜਾ ਹੈਗਾ ਹਮੇਸ਼ਾ ਰਹੂਗਾ, ਕਿਉਂਕਿ ਤੁਸੀਂ ਅਮਰੀਕਾ 'ਚ ਦੇਖ ਰਹੇ ਹੋ ਵੀ 23 ਸਟੇਟ ਉੱਥੇ ਜਿਹੜੇ ਹੈਗਾ ਕੋਵਿਡ ਵਧਿਆ। ਐਰੀਜ਼ੋਨਾ 'ਚ, ਟੈਕਸਸ 'ਚ, ਫਲੋਰੀਡਾ 'ਚ, ਮਿਨੀਆਪੋਲਿਸ 'ਚ, ਜਰਮਨੀ 'ਚ ਵੀ ਥੋੜੇ ਪਾਕਟਸ ਹੈਗੇ ਜਿੱਥੇ ਕੇਸ ਵਧੇ। ਸਾਊਥ ਕੋਰੀਆ ਨੇ ਵੀ ਕਿਹਾ ਸੈਕਿੰਡ ਵੇਵ ਆ, ਮੈਲਬੌਰਨ 'ਚ ਕੇਸਿਸ ਵਧੇ ਆ। ਸੋ ਇਹ ਅਸੀਂ ਸਭ्य ਰਹਿਣਾ। ਅਜੇ ਅਸੀਂ ਇਸ ਸਾਲ ਘੱਟ ਤੋਂ ਘੱਟ ਅਸੀਂ ਲੋਕਲ ਹੀ ਰਹੀਏ। ਤੁਹਾਡੇ ਘਰ ਦੇ ਇਰਦ ਗਿਰਦ ਬੜਾ ਕੁਛ ਹੈਗਾ ਜਿੱਥੇ ਤੁਸੀਂ ਵੈਕੇਸ਼ਨ ਕਰ ਸਕਦੇ ਹੋ, ਕਿਉਂਕਿ ਵਾਇਰਸ ਨੇ ਛੁੱਟੀ ਤੇ ਨਹੀਂ ਜਾਣਾ। ਵਾਇਰਸ ਤੇ ਹੈਗਾ ਹੀ ਹੈਗਾ ਕਮਿਊਨਿਟੀ 'ਚ, ਉਹ ਨਹੀਂ ਕੋਈ ਸਮਰ ਹੌਲੀਡੇ ਲੈਣ ਲੱਗਾ। ਸਾਨੂੰ ਹੀ ਸਭ्य ਰਹਿ ਕੇ ਘੱਟ ਤੋਂ ਘੱਟ ਟਰੈਵਲਿੰਗ ਕਰੀ। ਔਰ BC ਬਹੁਤ ਬਿਊਟੀਫੁਲ ਹੈਗਾ, ਅਸੀਂ BC 'ਚ ਰਹੀਏ ਔਰ ਸਭ्य ਰਹੀਏ। ਨਾਲ ਹੁਣ ਅਸੀਂ ਜਦੋਂ ਟਰੈਵਲ ਦੀ ਗੱਲ ਕਰਦੇ ਹੈਗੇ ਆ ਤੇ ਨਾਲ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਸੈਕਿੰਡ ਵੇਵ ਦੀ ਵੀ ਜਿਹੜੀ ਵਾਰਨਿੰਗ ਦਿੱਤੀ ਜਾ ਰਹੀ ਸੀ ਉਹ ਵੀ ਇੱਥੇ ਹੀ ਹੈ। ਨੈਚੁਰਲੀ ਹੈ ਕਿ ਜ਼ਿਆਦਾ ਲੋਕ ਬਾਹਰ ਜਾਣਗੇ, ਜ਼ਿਆਦਾ ਲੋਕ ਇੱਕ ਦੂਜੇ ਨਾਲ ਇੰਟਰੈਕਟ ਕਰਨਗੇ ਤੇ COVID-19 ਦੇ ਕੇਸ ਵੀ ਵਧਣਗੇ। ਅਸੀਂ BC ਦੇ ਵਿੱਚ ਵੀ ਦੇਖਿਆ ਹੈ, ਅਸੀਂ ਨਿਊਜ਼ੀਲੈਂਡ ਦੇ ਵਿੱਚ ਵੀ ਦੇਖ ਰਹੇ ਹੈਗੇ ਆ ਕਿ ਉੱਥੇ ਹੁਣ ਲੋਕ ਜਿਹੜੇ ਟਰੈਵਲ ਕਰਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਉਹ ਪੋਜ਼ਿਟਿਵ ਪਾਏ ਗਏ ਨੇ ਤੇ ਦੁਬਾਰਾ ਜਿਹੜੀ ਉਹਨਾਂ ਦੀ, ਮੈਨੂੰ ਲੱਗਦਾ ਹੈ ਕਿ ਦੂਜੀ ਵੇਵ ਹੀ ਹੈ ਜਿਹੜੀ ਹੁਣ 11 ਕੇਸ ਉਹਨਾਂ ਦੇ ਦੁਬਾਰਾ ਰਿਪੋਰਟ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ ਇੱਕ ਠੀਕ ਹੋ ਗਿਆ ਹੈਗਾ। ਸੋ ਇਹ ਵੇਵ BC ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਕਿੰਨੇ ਕੁ ਚਾਂਸਸ ਹੈਗੇ ਨੇ ਕਿ ਕੇਸ ਜਿਹੜੇ ਦੁਬਾਰਾ ਵਧਣ ਲੱਗ ਜਾਣਗੇ? ਦੇਖੋ, ਸਾਰੇ ਜਿਹੜੇ ਮਾਹਿਰ ਆ, ਡਾਕਟਰ ਐਂਥੋਨੀ ਫੌਸੀ ਅਮਰੀਕਾ ਦੇ, ਸਾਡੇ ਲੋਕਲ ਡਾਕਟਰ ਬੋਨੀ ਹੈਨਰੀ ਜੀ, ਉਹਨਾਂ ਨੇ ਵੀ ਬਾਰ-ਬਾਰ ਕਿਹਾ ਸੈਕਿੰਡ ਵੇਵ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਹੈ। ਕਿਉਂਕਿ ਅਗਰ ਕੋਈ ਵੀ ਪੈਂਡਮਿਕ ਲਈਏ ਜਿੱਦਾਂ ਦਾ ਹੁਣ ਕੋਵਿਡ ਹੋਇਆ, ਔਰ ਸਾਡਾ ਰੈਫਰੈਂਸ ਪੁਆਇੰਟ ਪਿਛਲਾ ਹੈਗਾ ਸਪੈਨਿਸ਼ ਫਲੂ ਦਾ, ਤਾਂ ਉਦੋਂ 4 ਵੇਵਸ ਆਏ ਸੀ। ਵੇਵਸ ਦਾ ਮਤਲਬ ਹੁੰਦਾ ਛੱਲਾ,
ਹੁਣ ਪਾਣੀ ਆ ਇਹ ਇੱਕ ਛਲ ਕਰਕੇ ਥੋੜੀ ਹਟ ਜਾਂਦਾ, ਉਹਦੀ ਛਲਾਂ ਬਹੁਤ ਹੁੰਦੀਆਂ, ਲੇਕਿਨ ਇਹਨੂੰ ਇੱਕ ਨਾਂ ਦਿੱਤਾ ਗਿਆ ਵੀ ਪਹਿਲਾ ਜਿਹੜਾ ਕੇਸਿਸ ਲੋਡ ਬਹੁਤ ਜ਼ਿਆਦਾ ਹੋਇਆ ਉਹਨੂੰ ਵੇਵ ਕਹਿ ਦਿੰਦੇ ਆ। ਫਿਰ ਆਪਾਂ ਹੌਲੀ ਹੌਲੀ ਥੱਲੇ ਆਏ। ਹੋ ਸਕਦਾ ਵੀ ਜਦੋਂ ਸਾਡੀ ਮੋਬਿਲਿਟੀ ਵਧੇ ਔਰ ਫਿਊਚਰ ਜਦੋਂ ਆਪਾਂ ਹੋਰ ਇੰਟਰਨੈਸ਼ਨਲ ਟਰੈਵਲ ਕਰਨ ਲੱਗੀਏ ਸ਼ਾਇਦ ਹੋਰ ਆਵੇ। ਇਹ ਸਾਰੇ ਸ਼ਾਇਦ ਦੇ ਬਨਸਪਤ ਹੈਗੀਆਂ ਔਰ ਕਿਸੇ ਨੂੰ ਨਹੀਂ ਪਤਾ, ਨਾ ਕਿਸੇ ਕੋ ਕ੍ਰਿਸਟਲ ਬਾਲ ਜਾਂ ਅਲਾਦੀਨ ਦਾ ਚਿਰਾਗ ਆ ਵੀ ਉਹ ਫਿਊਚਰ ਦੱਸ ਸਕੇ। ਲੇਕਿਨ ਜਿਹੜੇ ਵਾਇਰਸ ਦੇ ਮਾਹਿਰ ਆ ਆਲ ਓਵਰ ਦਾ ਵਰਲਡ ਉਹ ਚਿੰਤਿਤ ਆ ਵੀ ਸੈਕਿੰਡ ਵੇਵ ਆਊਗੀ। ਦੂਜੀ ਗੱਲ ਇਹ ਵੀ ਆ ਇਹ ਵਾਇਰਸ ਕਿੱਥੇ ਜਾਣ ਨਹੀਂ ਲੱਗਾ, ਇਹ ਲੋ ਗ੍ਰੇਡ ਜਿਹੜਾ ਇਨਫੈਕਸ਼ਨ ਰਹਿਣਾ ਕਮਿਊਨਿਟੀ 'ਚ। ਬਹੁਤੇ ਸਾਰੇ ਜਿਹੜੇ ਰੈਸਪੀਰੇਟਰੀ ਵਾਇਰਸ ਹੈ, ਇਨਫਲੂਐਂਜ਼ਾ, ਪੈਰਾ ਇਨਫਲੂਐਂਜ਼ਾ, ਐਡੀਨੋ, ਰਾਈਨੋ, RSV, ਉਹ ਸਮਰ 'ਚ ਥੋੜਾ ਥੱਲੇ ਚਲੇ ਜਾਂਦੇ ਆ। ਇਹ ਸਮਰ ਨੂੰ ਵੀ ਟੋਲਰੇਟ, ਹੀਟ ਨੂੰ ਵੀ ਟੋਲਰੇਟ ਕਰ ਰਿਹਾ। ਸੋ ਇਸ ਲਈ ਇਹਦੀ ਨਵੀਕਤਾ ਕਹਿ ਲਓ ਜਾਂ ਇਹਦਾ ਇੱਕ ਨਿਊ ਫੀਚਰ ਕਹਿ ਲਓ ਵੀ ਇਹ ਕੋਲਡ ਵੀ ਟੋਲਰੇਟ ਕਰ ਲੈਂਦਾ, ਹੀਟ ਵੀ ਟੋਲਰੇਟ ਕਰ ਲੈਂਦਾ। ਸੋ ਇਸ ਲਈ ਸਾਨੂੰ ਫੇਰ ਸਭੇ ਰਹਿਣ ਦੀ ਲੋੜ ਆ। ਜਿਹੜੇ ਵੀ ਬੇਸਿਕ ਚੀਜ਼ਾਂ ਸਾਡੇ ਹੱਥ 'ਚ ਹੈਗੀਆਂ, ਕਿਉਂਕਿ ਇਹਦੀ ਦਵਾਈ ਨਹੀਂ ਹੈ ਨਾ ਹੀ ਕੋਈ ਵੈਕਸੀਨੇਸ਼ਨ ਰਾਈਟ ਨਾਓ, ਸਾਡੇ ਹੱਥ 'ਚ ਹੈਗਾ ਹੈਂਡ ਵਾਸ਼ਿੰਗ, ਫਿਜ਼ੀਕਲ ਡਿਸਟੈਂਸਿੰਗ, ਮਾਸਕ ਤੇ ਸਭੇ ਰਹਿਣਾ। ਵੱਡੇ ਗੈਦਰਿੰਗ 'ਚ ਨਹੀਂ ਜਾਣਾ, 50 ਤੋਂ ਥੱਲੇ ਹੀ ਅਲਾਉਡ ਆ ਔਰ ਬੜੇ ਲੰਬੇ ਅਰਸੇ ਤੱਕ ਇਹ ਰਹੂਗਾ ਬ੍ਰਿਟਿਸ਼ ਕੋਲੰਬੀਆ 'ਚ ਜਦ ਤੱਕ ਸਾਡਾ ਕੇਸ ਲੋਡ ਬਿਲਕੁਲ ਥੱਲੇ ਨਹੀਂ ਆ ਜਾਂਦਾ। ਉਸ ਤੋਂ ਬਾਅਦ ਥੋੜਾ ਬਹੁਤ ਰਿਸਕ ਲਿੱਤਾ ਜਾਊਗਾ। ਜੀ ਬਿਲਕੁਲ ਡਾਕਟਰ ਪੁਰਜੀ, ਜਿੱਦਾਂ ਹੁਣ ਅਸੀਂ ਵੈਕਸੀਨ ਨੂੰ ਤਾਂ ਅਸੀਂ ਹਜੇ ਵੇਟ ਹੀ ਕਰ ਸਕਦੇ ਹਾਂ ਕਿ ਕਦੋਂ ਵੈਕਸੀਨ ਆਊਗੀ, ਕਿਉਂਕਿ ਕਹਿ ਰਹੇ ਨੇ ਕਿ 2021 ਤੱਕ ਕੋਈ ਚਾਂਸਸ ਨਹੀਂ ਹੈਗੇ। ਡਾਕਟਰ ਫਾਊਚੀ ਨੇ ਵੀ ਅਮਰੀਕਾ ਵੱਲੋਂ ਕਿਹਾ ਹੈ ਕਿ ਛੇਤੀ ਤੋਂ ਛੇਤੀ ਜੇ ਆ ਜਾਏ ਵੈਕਸੀਨ ਤਾਂ ਚੰਗੀ ਗੱਲ ਹੈ, ਪਰ ਜੇ ਨਹੀਂ ਆਉਂਦੀ ਤਾਂ ਇੱਕ ਚਿੰਤਾ ਦਾ ਵਿਸ਼ਾ ਹੈਗਾ ਆ। ਤਾਂ ਉਹਨਾਂ ਨੇ ਹੁਣ ਅਸੀਂ ਜੇ ਜਸਟਿਨ ਟਰੂਡੋ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਕਿਹਾ ਕਿ ਕੰਟੈਕਟ ਟ੍ਰੇਸਿੰਗ ਐਪ ਜਿਹੜੀ ਹੈ ਉਹ ਲਾਂਚ ਕੀਤੀ ਜਾਊਗੀ। ਓਨਟਾਰੀਓ ਨਾਲ ਰਲ ਕੇ ਉਹ ਲਾਂਚ ਕਰ ਰਹੇ ਹੈਗੇ ਆ। ਸੋ ਓਨਟਾਰੀਓ ਦੇ ਵਿੱਚ ਉਹ ਜੁਲਾਈ ਦੇ ਵਿੱਚ ਆਉਣ ਵਾਲੀ ਹੈ ਤੇ BC ਦੇ ਵਿੱਚ ਵੀ ਗੱਲ ਹੋ ਰਹੀ ਹੈ ਕਿ BC ਦੇ ਵਿੱਚ ਵੀ ਉਹ ਲਾਂਚ ਹੋ ਜਾਏਗੀ। ਤੁਹਾਨੂੰ ਕੀ ਲੱਗਦਾ ਜਿਹੜੀਆਂ ਇਹ ਐਪਸ ਹੈਗੀਆਂ ਇਹ ਕਿੰਨੀਆਂ ਕੁ ਯੂਜ਼ਫੁਲ ਹੁੰਦੀਆਂ ਨੇ ਜਦੋਂ ਇਦਾਂ ਦਾ ਕੋਈ ਵਾਇਰਸ ਆਉਂਦਾ ਹੈ? ਦੇਖੋ, ਜਿਹੜੇ ਵੀ ਜੂਰਿਸਡਿਕਸ਼ਨ 'ਚ ਬਹੁਤ ਵਧੀਆ ਕੰਟਰੋਲ ਹੋਇਆ ਉਹਦੇ ਵਿੱਚ ਉਹਨਾਂ ਨੇ ਜਿਹੜਾ ਆਈਡੈਂਟੀਫਾਈ ਕੀਤਾ ਕੋਵਿਡ ਦਾ ਪੀੜਤ ਵਿਅਕਤੀ, ਉਹਦੇ ਸਾਰੇ ਕੰਟੈਕਟ ਆਈਡੈਂਟੀਫਾਈ ਕੀਤੇ, ਉਹਨਾਂ ਨੂੰ ਵੀ ਕੁਆਰੰਟਾਈਨ ਕੀਤਾ ਤਾਂ ਕਿ ਇਹ ਫੈਲੇ ਨਾ, ਕਿਉਂਕਿ ਫੈਲਦਾ ਪਰਸਨ ਟੂ ਪਰਸਨ ਕੰਟੈਕਟ। ਸੋ ਇਸ ਲਈ ਜਿਹੜੇ ਹੁਣ ਮਾਡਰਨ ਯੁੱਗ ਹੈਗਾ, ਸਮਾਰਟਫੋਨ ਸਾਰਿਆਂ ਕੋਲ ਹੈਗੇ ਆ ਔਰ ਤਾਈਵਾਨ ਪਹਿਲੀ ਕੰਟਰੀ 'ਚ ਸੀ ਜਿੱਥੇ ਸਾਰਾ ਕੁਝ ਯੂਜ਼ ਹੋਇਆ ਔਰ ਬੜਾ ਇਫੈਕਟਿਵ ਹੋਇਆ। ਤੁਸੀਂ ਦੇਖੋ ਉਹਨਾਂ ਦਾ ਕੋਵਿਡ ਦਾ ਜਿਹੜਾ ਹੈਗਾ ਪਹਿਲਾ ਵੇਵ ਤਾਂ 0 ਹੋ ਗਿਆ, ਹੁਣ ਮੌਤਾਂ ਵੀ ਬਹੁਤ ਘੱਟ ਹੋਈਆਂ। ਸੋ ਇਹ ਕੈਨੇਡੀਅਨ ਵਾਈਡ ਐਪ ਹੋਗਾ ਜਿਹੜਾ 2 ਜੁਲਾਈ ਤੋਂ ਓਨਟਾਰੀਓ ਤੋਂ, ਉਹਦੇ ਬਾਅਦ ਇਹ ਜਿਹੜਾ ਹੈਗਾ ਪੂਰੇ ਕੈਨੇਡਾ 'ਚ ਆਊਗਾ ਔਰ ਸੇਮ ਹੀ ਐਪ ਹੋਊਗਾ। ਉਹਦੇ ਥੋੜੇ ਬਹੁਤ ਮੋਡੀਫਿਕੇਸ਼ਨ ਹੋਣਗੇ ਤਾਂ ਕਿ ਅਗਰ ਫਿਊਚਰ 'ਚ ਆਪਾਂ ਟਰੈਵਲ ਵੀ ਕਰਦੇ ਆ ਤੇ ਸੇਮ ਯੂਜ਼ ਕਰ ਸਕਦੇ ਆ। ਇਹ ਜਿਹੜਾ ਹੈਗਾ ਪਹਿਲੋਂ ਵਰੀ ਸੀ ਵੀ ਸਾਡੀ ਆਈਡੈਂਟੀਟੀ ਵਗੈਰਾ ਨਾ ਹੋਵੇ, ਲੇਕਿਨ ਉਹ ਸਾਨੂੰ ਮਾਨਤਾ ਦਿੰਦੇ ਆ, ਨਾਲੇ ਰੀਅਸ਼ੋਰੈਂਸ ਦਿੰਦੇ ਆ ਵੀ ਆਈਡੈਂਟੀਟੀ ਲੀਕੇਜ ਨਹੀਂ ਹੋਊਗੀ। ਇਹ ਮੋਰ ਆਫ ਪਬਲਿਕ ਹੈਲਥ ਹੋਗਾ, ਪ੍ਰੋਟੈਕਸ਼ਨ ਵਾਸਤੇ ਹੋਗਾ ਔਰ ਕੰਟੈਕਟ ਟ੍ਰੇਸਿੰਗ ਵਾਸਤੇ ਹੋਗਾ। ਔਰ ਮੇਰੇ ਖਿਆਲ ਨਾਲ ਇਹ ਬਹੁਤ ਵਧੀਆ ਸਟੈਪ ਹੈਗਾ ਵੀ ਅਸੀਂ ਇਸ ਡਾਇਰੈਕਸ਼ਨ 'ਚ ਜਾ ਰਹੇ ਹਾਂ। ਜੀ ਬਿਲਕੁਲ, ਨਾਲ ਕਿਹਾ ਵੀ ਗਿਆ ਕਿ ਜੇ ਇਹ ਐਪ ਤੁਸੀਂ ਡਾਊਨਲੋਡ ਕਰਦੇ ਹੈਗੇ ਆ ਤਾਂ ਤੁਹਾਨੂੰ ਪ੍ਰਾਈਵੇਸੀ ਵੀ ਮਿਲੂਗੀ ਤੇ ਨਾਲ 2 ਵੀਕ ਬਾਅਦ ਤੁਹਾਡਾ ਜਿਹੜਾ ਡੇਟਾ ਹੈਗਾ ਆ ਉਹ ਰੀਫਰੈਸ਼ ਕਰ ਦਿੱਤਾ ਜਾਊਗਾ ਤੇ ਦੁਬਾਰਾ ਤੋਂ ਤੁਹਾਨੂੰ ਟ੍ਰੇਸ ਕੀਤਾ ਜਾਊਗਾ। ਸੋ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ, ਵਰਲਡ ਵਾਈਡ ਹੋ ਰਿਹਾ ਹੈਗਾ, ਸਟੱਡੀਜ਼ ਹੋ ਰਹੀਆਂ ਨੇ, ਬਹੁਤ ਕੁਝ ਹੋ ਰਿਹਾ। ਤੇ ਹੁਣ ਚਾਈਨਾ ਤੋਂ ਇੱਕ ਸਟੱਡੀ ਆਈ ਸੀ ਐਂਟੀਬਾਡੀਜ਼ ਦੇ ਬਾਰੇ ਕਿ ਉਹਨਾਂ ਨੇ ਕਿਹਾ ਸੀ ਕਿ 2 ਤੋਂ 3 ਮਹੀਨੇ ਐਂਟੀਬਾਡੀ ਰਹਿੰਦੀ ਹੈਗੀ ਆ। ਸੋ ਉਹ ਜਿਹੜੀ ਸਟੱਡੀ ਆਈ ਆ ਉਹਦਾ ਕੀ ਮਤਲਬ ਹੈ? ਵਿੰਜ਼ੋ ਕਰਕੇ ਸ਼ਹਿਰ ਹੈਗਾ ਔਰ ਉੱਥੇ ਸਟੱਡੀ ਹੋਈ ਹੈ, ਪਹਿਲੀ ਸਟੱਡੀ ਹੈਗੀ ਆ। ਫਿਊਚਰ 'ਚ ਹੋਰ ਵੀ ਸਟੱਡੀਜ਼ ਆਉਣਗੀਆਂ। ਉਹਨਾਂ ਨੇ 37 ਇੰਡੀਵਿਜੂਅਲ ਉਹ ਲਿੱਤੇ ਜਿਨ੍ਹਾਂ ਨੂੰ COVID-19 ਹੋਇਆ ਬਟ ਲੱਛਣ ਬਹੁਤ ਮਾਈਲਡ ਸੀ। ਦੂਜੇ 37 ਇੰਡੀਵਿਜੂਅਲ ਲਿੱਤੇ ਜਿਸ 'ਚ ਸਾਰੇ ਲੱਛਣ ਸੀ ਵੀ ਬੁਖਾਰ 5-7 ਦਿਨ ਚੜ੍ਹਨਾ, ਖੰਘ ਹੋਣੀ, ਥਕੇਵਾਂ ਹੋਣਾ, ਮੀਨਸ 100% ਸਿੰਪਟਮ ਸੀ ਉਹਨਾਂ ਨੂੰ ਔਰ ਕਾਫੀ ਸੀਵੀਅਰ ਸਿੰਪਟਮ ਸੀ। ਹੁਣ ਸਾਡਾ ਇਹ ਵੀ ਇੱਕ ਧਾਰਨਾ ਹੁੰਦੀ ਵੀ ਜਿੰਨਾ ਜ਼ਿਆਦਾ ਬੁਖਾਰ ਚੜੂਗਾ, ਐਕਚੁਅਲੀ ਬੁਖਾਰ ਕਿਉਂ ਚੜ ਰਿਹਾ ਹੁੰਦਾ, ਤੁਹਾਡਾ ਇਮਿਊਨ ਸਿਸਟਮ ਬੂਸਟ ਹੋ ਰਿਹਾ ਹੁੰਦਾ ਐਂਟੀਬਾਡੀਜ਼ ਬਣਾਉਣ 'ਚ। ਤਾਂ ਉਹਨਾਂ ਨੇ ਦੇਖਿਆ ਵੀ ਜਿਹੜਾ ਪਹਿਲਾ ਗਰੁੱਪ ਆ 37 ਵਾਲਾ ਜਿਸ 'ਚ ਬਹੁਤ ਘੱਟ ਸਿੰਪਟਮ ਸੀ, 2 ਮਹੀਨੇ 'ਚ ਉਹਨਾਂ ਦੀ 80% ਐਂਟੀਬਾਡੀ ਲੈਵਲ ਜਿਹੜਾ ਹੈਗਾ ਖਤਮ ਹੋ ਗਿਆ ਸੀ। ਔਰ ਜਿਹੜਾ ਸੈਕਿੰਡ ਗਰੁੱਪ ਹੈਗਾ ਜਿਸ 'ਚ ਬਹੁਤ ਸਾਰੇ ਸਿੰਪਟਮ ਸੀ, 2 ਮਹੀਨੇ 'ਚ ਉਹਨਾਂ ਦਾ ਵੀ 60% ਐਂਟੀਬਾਡੀ ਲੈਵਲ ਘਟ ਗਿਆ। ਤੀਜੇ ਮਹੀਨੇ 'ਚ ਜਿਹੜਾ ਪਹਿਲਾ ਗਰੁੱਪ ਸੀ ਉਹਦੇ 'ਚ ਐਂਟੀਬਾਡੀਜ਼ ਲੱਭਣ ਨਾ ਉਹਨਾਂ ਨੂੰ ਵੀ ਖਤਮ ਹੋ ਗਈਆਂ। ਜਿਹੜਾ ਦੂਜਾ ਗਰੁੱਪ 'ਚ ਜਿਸ 'ਚ ਸਾਰੇ ਲੱਛਣ ਸੀ ਉਹ 'ਚ 13% ਰਹੀਆਂ। ਸੋ ਇਹਦਾ ਕਹਿਣ ਦਾ ਮਤਲਬ ਹੈਗਾ ਵੀ ਸਿੰਪਟਮਸ ਮਾਈਲਡ ਹੋਣ ਜਾਂ ਸਾਰੇ ਹੋਣ, ਇਹਦੇ ਨਾਲ ਸਾਨੂੰ ਲਾਈਫ ਲੌਂਗ ਇਮਿਊਨਿਟੀ ਨਹੀਂ ਮਿਲਦੀ, ਪਹਿਲੀ ਗੱਲ। ਦੂਜੀ ਗੱਲ, ਸਾਡੀ ਬੋਡੀ 'ਚ ਮੇ ਬੀ
2 ਤੋਂ 3 ਮਹੀਨੇ ਤੱਕ ਐਂਟੀਬਾਡੀਜ਼ ਲਾਸਟ ਕਰਦੀਆਂ। ਦੇਖੋ ਹਰ ਇੱਕ ਦੀ ਬੋਡੀ ਵੱਖਰੀ ਆ, ਜਿਹੜੀ ਉੱਥੇ ਸਟੱਡੀ ਹੋਈ ਉਹ ਚਾਈਨੀਜ਼ ਦੇ ਉੱਤੇ ਹੋਈ ਹੈ, ਯੂਰਪ 'ਚ ਹੋਏਗੀ ਉਹਨਾਂ ਦਾ ਡਿਫਰੈਂਟ ਆਊਗਾ, ਸਾਡੇ ਤੇ ਹੋਗੀ ਡਿਫਰੈਂਟ। ਲੇਕਿਨ ਇਸ ਤੋਂ ਇੱਕ ਗੱਲ ਤੇ ਜ਼ਾਹਿਰ ਹੋ ਰਹੀ ਆ ਵੀ ਸਾਨੂੰ ਲਾਈਫ ਲੌਂਗ ਇਮਿਊਨਿਟੀ ਨਹੀਂ ਮਿਲਣੀ ਨੈਚੁਰਲ ਇਨਫੈਕਸ਼ਨ ਤੋਂ। ਹੁਣ ਇੱਥੇ 2-3 ਗੱਲਾਂ ਆ ਗਈਆਂ। ਪਹਿਲੀ ਗੱਲ ਤੇ ਇਹ ਆ, ਜਿਹੜਾ ਸਾਡਾ ਇਮਿਊਨ ਸਿਸਟਮ ਹੈ ਨਾ, ਇਹ ਬੜਾ ਪੁਰਾਣਾ, ਬੜਾ ਤਜਰਬੇ ਵਾਲਾ ਔਰ ਇਹ ਸਮਝਦਾ ਹਰ ਇੱਕ ਚੀਜ਼ ਨੂੰ। ਹੁਣ ਅਗਰ ਇਹ ਵਾਇਰਸ ਦੇ ਅਗੇਂਸਟ ਐਂਟੀਬਾਡੀ ਬਹੁਤ ਘੱਟ ਬਣਾ ਰਿਹਾ ਤਾਂ ਮਤਲਬ ਸਾਡਾ ਇਮਿਊਨ ਸਿਸਟਮ ਇਸ ਨੂੰ ਕੋਈ ਵੱਡੀ ਆਫਤ ਨਹੀਂ ਸਮਝਦਾ, ਵੀ ਮਾਮੂਲੀ ਇੱਕ ਰੈਗੂਲਰ ਫਲੂ ਵਰਗਾ ਵਾਇਰਸ ਸਮਝਦਾ। ਕਿਉਂਕਿ ਅਗਰ ਟੀਬੀ ਹੋਵੇ, ਮੀਜ਼ਲਸ ਹੋਵੇ, ਸਮਾਲ ਪੌਕਸ ਹੋਵੇ ਤੇ ਉਹ 'ਚ ਲਾਈਫ ਲੌਂਗ ਇਮਿਊਨਿਟੀ ਬਣਾਉਂਦਾ ਸਾਡਾ ਇਮਿਊਨ ਸਿਸਟਮ ਇੱਕ ਵਾਰੀ ਸਾਨੂੰ ਇਨਫੈਕਸ਼ਨ ਹੋਏ। ਦੂਜੀ ਗੱਲ ਇੱਥੇ ਸਾਹਮਣੇ ਇਹ ਆ ਗਈ ਵੀ ਫਿਊਚਰ 'ਚ ਜਿਹੜੀ ਵੈਕਸੀਨ ਡਿਵੈਲਪਮੈਂਟ ਅਸੀਂ ਕਰੀ ਜਾਂਦੇ ਆ, ਰੋਜ਼ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਰਹੀ ਹੈ ਜੀ, ਆ ਰਹੀ ਹੈ, ਕਿਉਂਕਿ ਸਾਰਿਆਂ ਦਾ ਫੋਕਸ ਉੱਤੇ ਕੀ ਵੈਕਸੀਨ ਸਾਨੂੰ ਇਮਿਊਨਿਟੀ ਦੇ ਪਾਊਗੀ, ਕਿੰਨੇ 3 ਮਹੀਨੇ, 6 ਮਹੀਨੇ, 8 ਮਹੀਨੇ, ਕਿਸੇ ਨੂੰ ਨਹੀਂ ਇਹਦਾ ਜਵਾਬ ਆ ਰਿਹਾ ਕਿਉਂਕਿ ਟ੍ਰਾਇਲਸ ਅਜੇ ਪੂਰੀਆਂ ਮੁਕੰਮਲ ਨਹੀਂ ਹੋਈਆਂ। ਇੱਕ ਅੱਜ ਸਟੋਰੀ ਬ੍ਰੇਕ ਹੋ ਰਹੀ ਆ ਲੰਡਨ ਤੋਂ, ਇੰਪੀਰੀਅਲ ਕਾਲਜ ਆਫ ਲੰਡਨ, ਜਿਹੜਾ ਬਹੁਤ ਹੀ ਸਤਿਕਾਰਯੋਗ ਹੈਗਾ, ਜਿਹਦਾ ਆਕਸਫੋਰਡ ਯੂਨੀਵਰਸਿਟੀ ਆ, ਉੱਥੇ ਡਾਕਟਰ ਪੀਟਰ ਆਸਬੋਰਨ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਵੈਕਸੀਨ ਟ੍ਰਾਇਲਸ ਚੱਲ ਰਹੀਆਂ, ਜਦ ਉਹਨਾਂ ਨੇ ਦੇਖਿਆ ਹਾਂ ਜਵਾਨ ਦੇ ਵਿੱਚ ਔਰ ਮਿਡਲ ਏਜ 'ਚ ਐਂਟੀਬਾਡੀਜ਼ ਬਣ ਰਹੀਆਂ, ਅਜੇ ਉਹਨਾਂ ਨੇ ਨਹੀਂ ਕਿਹਾ ਵੀ ਕਿੰਨੇ ਟਾਈਮ ਤੱਕ ਬਣ ਰਹੀਆਂ, ਹੁਣ ਉਹ ਸਟੱਡੀ ਦੇ ਵਿੱਚ ਦੇਖ ਰਹੇ, ਲੇਕਿਨ ਬਜ਼ੁਰਗਾਂ 'ਚ ਐਂਟੀਬਾਡੀਜ਼ ਵੀ ਨਹੀਂ ਬਣ ਰਹੀਆਂ ਜਿਹੜਾ ਵੈਕਸੀਨ ਟਰਾਈ ਕਰ ਰਿਹਾ। ਸੋ ਕਿਤੇ ਨਾ ਕਿਤੇ ਸਾਨੂੰ ਇਹ ਦੇਖਣਾ ਪੈ ਰਿਹਾ ਵੀ ਸਾਡੇ ਜਿਹੜੇ ਐਟ ਰਿਸਕ ਪੋਪੂਲੇਸ਼ਨ ਉਹ ਤੇ ਹੈਗੇ 60+, ਉਹਨਾਂ ਦੇ ਵਿੱਚ ਅਰਲੀ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਵੀ ਐਂਟੀਬਾਡੀਜ਼ ਬਹੁਤ ਘੱਟ ਬਣ ਰਹੀਆਂ ਵੈਕਸੀਨ ਤੋਂ। ਲੇਕਿਨ ਤਾਂ ਵੀ ਵੈਕਸੀਨ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਘਰ ਦੇ ਮੈਂਬਰ ਆ, ਉਹਨਾਂ ਦੇ ਕੇਅਰ ਟੇਕਰ ਆ ਜਾਂ ਫਰੰਟ ਲਾਈਨ ਵਰਕਰ ਆ, ਉਹਨਾਂ ਨੂੰ ਪ੍ਰੋਟੈਕਸ਼ਨ ਚਾਹੀਦੀ ਤਾਂ ਕਿ ਉਹ ਪਾਸ ਡਾਊਨ ਨਾ ਕਰਨ ਜਾਂ ਉਹਨਾਂ ਨੂੰ ਕਿਸੇ ਤੋਂ ਨਾ ਹੋਵੇ। ਬਟ ਕਿੰਨੇ ਤੱਕ ਐਂਟੀਬਾਡੀ ਰਹੂਗੀ ਇਹ ਆਪਾਂ ਇਸ ਵੇਲੇ ਨਹੀਂ ਕਹਿ ਸਕਦੇ। ਫੇਜ਼ 3 ਸਟੱਡੀਜ਼ ਜਿਹੜੀਆਂ ਹੈਗੀਆਂ ਜੁਲਾਈ ਤੋਂ ਸਟਾਰਟ ਹੋਣਗੀਆਂ, ਉਹਦੇ ਵਿੱਚ 30,000 ਤੋਂ 45,000 ਤੱਕ ਵੋਲੰਟੀਅਰਸ ਹੋਣਗੇ ਵੱਖ-ਵੱਖ ਵੈਕਸੀਨ ਦੇ ਅਧੀਨ। ਉਸ ਤੋਂ 6 ਮਹੀਨੇ ਬਾਅਦ ਸਾਨੂੰ ਰਿਜ਼ਲਟ ਪਤਾ ਲੱਗੂਗਾ। ਹੋ ਸਕਦਾ ਨਵੰਬਰ ਦਸੰਬਰ ਤੱਕ ਰਿਜ਼ਲਟ ਆਉਣੇ ਸ਼ੁਰੂ ਹੋਣ, ਲੇਕਿਨ ਮਾਸ ਪ੍ਰੋਡਕਸ਼ਨ ਜਿਹੜਾ ਹੈਗਾ ਨੈਕਸਟ ਈਅਰ ਹੀ ਹੋਊਗਾ। ਲੇਕਿਨ ਇਹ ਕੁਐਸਚਨ ਇੱਕ ਸਾਹਮਣੇ ਖੜਾ ਹੋ ਗਿਆ ਕਿ ਵੈਕਸੀਨ ਸਦੀਵੀ ਮਤਲਬ ਸਾਨੂੰ ਪ੍ਰੋਟੈਕਸ਼ਨ ਦੇਊਗਾ ਕਿ ਜਿੱਦਾਂ ਤੁਹਾਨੂੰ ਪਤਾ ਹਰ ਸਾਲ ਅਸੀਂ ਫਲੂ ਸ਼ਾਟ ਕਹਿੰਦੇ ਆ, ਸ਼ਾਇਦ ਹਰ ਸਾਲ ਸਾਨੂੰ ਲੈਣਾ ਪਏ, ਕਿ ਇਹਦੇ ਕੰਪਲਿਕੇਸ਼ਨਸ ਹੋਣਗੇ ਕਿ ਨਹੀਂ ਹੋਣਗੇ। ਔਰ ਇਹ ਬਹੁਤ ਵੱਡਾ ਡਿਬੇਟ ਜਿਹੜਾ ਹੈਗਾ ਇਹ ਤੁਰ ਪਿਆ, ਔਰ ਮੇਬੀ ਆਉਣ ਵਾਲੇ ਪ੍ਰੋਗਰਾਮ 'ਚ ਅਸੀਂ ਵੈਕਸੀਨਸ ਦੇ ਉੱਤੇ ਇੱਕ ਦਿਨ ਖਾਸ ਰੱਖਾਂਗੇ। ਬਿਲਕੁਲ, ਵੈਕਸੀਨ ਦਾ ਤਾਂ ਹਜੇ ਕੁਝ ਵੀ ਨਹੀਂ ਪਤਾ ਕਿ ਕਦੋਂ ਆਉਣੀ ਆ। ਬਹੁਤ ਸਾਰੀਆਂ ਕੰਪਨੀਜ਼ ਦਾਅਵਾ ਵੀ ਕਰ ਰਹੀਆਂ ਨੇ ਕਿ ਵੈਕਸੀਨ ਆ ਗਈ ਹੈਗੀ ਹੈ, ਵੈਕਸੀਨ ਲਾਂਚ ਕਰਤੀ ਜਾ ਰਹੀ ਹੈਗੀ ਹੈ, ਪਰ ਇਹ ਸਾਰੀਆਂ ਅਫਵਾਹਾਂ ਨੇ। ਪਰ ਹਜੇ ਇਹ ਨਹੀਂ ਪਤਾ ਕਿ ਸਾਨੂੰ ਅਸਲ ਵੈਕਸੀਨ ਆ ਜਿਹੜੀ ਉਹ ਕਦੋਂ ਮਿਲਣੀ ਹੈਗੀ ਹੈ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਬਜ਼ੁਰਗਾਂ ਤੇ ਕੰਮ ਨਹੀਂ ਕਰ ਰਹੀ, ਸ਼ਾਇਦ ਨਾ ਕਰੇ, ਕਿਉਂਕਿ ਉਹਨਾਂ ਨੇ ਜਿਹੜੀ ਸਟੱਡੀ ਕਰ ਰਹੇ ਆ ਸਿਰਫ ਹਰ ਚੀਜ਼ ਦੇ ਉੱਤੇ ਸ਼ਾਇਦ ਮੇ ਵੀ ਲਿਖਿਆ ਆ ਰਿਹਾ ਹੈਗਾ ਆ ਕਿ ਸ਼ਾਇਦ ਏਦਾਂ ਹੋਵੇ, ਮੇ ਵੀ ਏਦਾਂ ਹੋਵੇ, ਹਜੇ ਪੱਕਾ ਯਕੀਨ ਕਿਸੇ ਵੀ ਚੀਜ਼ ਦਾ ਨਹੀਂ ਹੈਗਾ। ਪਰ ਹੁਣ ਡਾਕਟਰ ਪੁਰਜੀ ਅਸੀਂ ਦੇਖਿਆ ਹੈਗਾ ਹੈ ਕਿ ਵਰਲਡ ਵਾਈਡ ਜੇ ਅਸੀਂ ਗੱਲ ਕਰੀਏ ਤਾਂ ਜ਼ਿਆਦਾ ਜਿਹੜੇ ਮੈਨ ਹੈਗੇ ਆ ਉਹ ਇਨਫੈਕਟਡ ਹੈਗੇ ਆ, ਵਿਮਨਸ ਘੱਟ ਨੇ। ਪਰ ਹੁਣ ਇੱਕ ਹੋਰ ਸਟੱਡੀ ਇਹ ਆਈ ਹੈ ਕਿ ਜਿਹੜੀਆਂ ਵਿਮਨਸ ਹੈਗੀਆਂ ਨੇ ਉਹ ਇੰਡੀਆ ਦੇ ਵਿੱਚ ਜ਼ਿਆਦਾ ਇਫੈਕਟਡ ਹੋ ਰਹੀਆਂ, ਇਹਦਾ ਕੀ ਕਾਰਨ ਹੈ? ਦੇਖੋ ਸੰਸਾਰ ਭਰ 'ਚ 9.4 ਜਾਂ ਹੁਣ 9.5 ਮਿਲੀਅਨ ਕੋਵਿਡ ਤੋਂ ਪੀੜਤ ਪੋਜ਼ਿਟਿਵ ਟੈਸਟ ਹੈ। ਇਹਦਾ ਮਤਲਬ ਇਹ ਨਹੀਂ ਵੀ ਖਾਲੀ ਇੰਨਾ ਹੀ ਆ, ਵੱਡੀ ਸਾਰੀ ਦੁਨੀਆ ਨੂੰ ਹੋਇਆ ਪਿਆ ਜਿਨ੍ਹਾਂ ਦੇ ਟੈਸਟਿੰਗ ਨਹੀਂ ਹੋਏ। ਇਵਨ ਸਾਡੇ ਕੈਨੇਡਾ 'ਚ ਮੁੱਢਲੇ ਦਿਨਾਂ 'ਚ ਸਿਰਫ ਜਿਹੜਾ ਸਿੱਖ ਵਿਅਕਤੀ ਹਸਪੀਟਲ ਦਾਖਲ ਕਰਨਾ ਸੀ ਜਾਂ ਹੈਲਥ ਕੇਅਰ ਪ੍ਰੋਵਾਈਡਰ ਉਹਦਾ ਚੈੱਕ ਹੁੰਦਾ ਸੀ, ਬਾਕੀ ਉਹਨੂੰ ਕਹਿੰਦੇ ਜਾਓ ਘਰ ਆਈਸੋਲੇਸ਼ਨ ਕਰੋ। ਤਾਂ ਬਹੁਤ ਲੋਕਾਂ ਦਾ ਟੈਸਟਿੰਗ ਨਹੀਂ ਹੋਇਆ। ਚਲੋ ਜੋ ਵੀ ਸਾਡੇ ਕੋਲ ਹੈਗਾ ਵੀ 9.5 ਤੋਂ 10 ਮਿਲੀਅਨ ਪੋਜ਼ਿਟਿਵ ਹੈਗੇ ਆ। ਜਦੋਂ ਅਸੀਂ ਦੇਖਿਆ ਚਾਈਨਾ, ਯੂਰਪ ਜਾਂ ਨਾਰਥ ਅਮਰੀਕਾ, ਉਹਦੇ 'ਚ ਅਸੀਂ ਦੇਖਿਆ ਵੀ ਅਗਰ ਡੈਥ ਹੁੰਦਾ ਕੋਵਿਡ ਤੋਂ ਤਾਂ 70% ਦੇ ਲਾਗੇ ਚਾਗੇ ਬੰਦੇ ਜਿਹੜੇ ਹੈਗੇ ਆ ਉਹ ਮਰਦੇ ਆ ਤੇ ਔਰਤਾਂ ਬਚ ਜਾਂਦੀਆਂ। 30% ਹੀ ਡੈਥ ਹੁੰਦਾ, 70% ਬਚ ਜਾਂਦੀਆਂ। ਉਹਦੇ ਵੱਖ-ਵੱਖ ਰੀਜ਼ਨ ਦਿੱਤੇ ਗਏ। ਪਹਿਲਾ ਰੀਜ਼ਨ ਇਹ ਸੀ ਵੀ ਔਰਤਾਂ ਸਿਗਰਟ ਵਗੈਰਾ, ਸ਼ਰਾਬ ਵਗੈਰਾ ਘੱਟ ਪੀਂਦੀਆਂ। ਚਾਈਨੀਜ਼ ਕਲਚਰ 'ਚ ਬਹੁਤ ਹੀ ਕਹਿ ਲਓ ਵੀ ਜ਼ੀਰੋ ਹੀ ਕਹਿ ਲਓ, ਬਾਕੀ ਪਾਸੇ ਵੀ ਘੱਟ ਆ। ਦੂਜਾ, ਔਰਤਾਂ ਇਹ ਵੈਸਟਰਨ ਵਰਲਡ 'ਚ ਖਾਸ ਕਰਕੇ ਆਪਣੀ ਸਿਹਤ ਪ੍ਰਤੀ ਜਾਗਰੂਕ ਨੇ, ਉਹ ਡਾਕਟਰ ਕੋਲ ਜਾਂਦੀਆਂ, ਗੱਲ ਕਰਦੀਆਂ, ਅਗਰ ਪ੍ਰੋਬਲਮ ਹੈਗੀ ਆ ਤੇ ਉਹ ਲੁਕਾਉਂਦੀਆਂ ਨਹੀਂ ਆ। ਬੰਦੇ ਉਹਨਾਂ ਦਾ ਲਾਈਫ ਸਟਾਈਲ ਜਿਹੜਾ ਹੈਗਾ ਵੀ ਨਹੀਂ ਬੇਪਰਵਾਹ, ਅਸੀਂ ਨਹੀਂ ਜਾਣਾ ਡਾਕਟਰ ਦੇ, ਕਈ ਵਾਰ ਉਹਨਾਂ ਨੂੰ ਬਲੱਡ ਪ੍ਰੈਸ਼ਰ, ਡਾਇਬਟੀਜ਼, ਹੋਰ ਚੀਜ਼ਾਂ ਹੁੰਦੀਆਂ, ਉਹ ਕੈਰੀ ਔਨ ਕਰੀ ਜਾਂਦੇ ਆ। ਸੋ ਇਹ ਤੀਜਾ ਸੀ ਵੀ ਇਮਿਊਨ ਸਿਸਟਮ, ਵੀ ਔਰਤਾਂ ਦਾ ਜਿਹੜਾ ਇਮਿਊਨ ਸਿਸਟਮ ਆ ਬੰਦਿਆਂ ਨਾਲੋਂ ਸਟਰੋਂਗ ਆ, ਕਿਉਂਕਿ ਔਰਤ ਜਿਹੜੀ ਹੈਗੀ ਆ
ਉਹ ਬੜੇ ਫੇਜ਼ਸ ਤੋਂ ਜਾਂਦੀ ਆ, ਜਿੱਦਾਂ ਜਵਾਨ ਹੁੰਦੀ ਆ, ਫਿਰ ਉਹਦੀ ਸ਼ਾਦੀ ਹੁੰਦੀ ਆ, ਬੱਚੇ ਹੁੰਦੇ। ਜਿਹੜਾ ਬੱਚਾ ਹੈ ਉਹ ਇਮਿਊਨ ਸਿਸਟਮ ਨੂੰ ਵੀ ਟ੍ਰਿਗਰ ਕਰਦਾ। ਸੋ ਆਲਰੇਡੀ ਔਰਤ ਦੇ ਇਮਿਊਨ ਸਿਸਟਮ ਦੇ ਵਿੱਚ ਐਂਟੀਬਾਡੀਜ਼ ਜ਼ਿਆਦਾ ਹੁੰਦੀਆਂ ਕਿਉਂਕਿ ਆਲਰੇਡੀ ਉਸ ਪ੍ਰੋਸੈਸ ਤੋਂ ਲੰਘੀ ਹੁੰਦੀ ਆ। ਦੂਜਾ ਜਿਹੜਾ ਐਂਟੀਬਾਡੀਜ਼ ਜਿਹੜੀਆਂ ਹੈਗੀਆਂ ਐਕਸ ਕ੍ਰੋਮੋਸੋਮ ਦੇ ਉੱਤੇ ਹੈਗੀਆਂ, ਜਿਹੜੀਆਂ ਇਮਿਊਨ ਸਿਸਟਮ ਦੇ ਨਾਲ ਰਿਲੇ ਕਰਦੀਆਂ। ਔਰ ਲੇਡੀਜ਼ ਕੋ 2 ਆ, ਬੰਦੇ ਕੋ 1 ਐਕਸ ਕ੍ਰੋਮੋਸੋਮ ਆ, ਉਹ ਵੀ ਡਿਫਰੈਂਸ ਆ। ਲੇਕਿਨ ਜਿਹੜੀ ਇੱਕੋ ਗੱਲ ਜਿਹੜੀ ਅਚਰਜਕ ਹੈਗੀ ਆ ਹਿੰਦੁਸਤਾਨ ਤੋਂ ਆ ਰਹੀ ਆ, ਔਰ ਉਹਨਾਂ ਨੇ ਆਪਣੀ ਸਟੱਡੀ ਦੱਸੀ ਆ ਵੀ ਔਰਤਾਂ 3.3% ਉਹਨਾਂ ਦਾ ਡੈਥ ਹੋ ਰਿਹਾ ਤੇ ਬੰਦਿਆਂ ਦਾ 2.9। ਇਹਦਾ ਮਤਲਬ ਹੋਇਆ ਵੀ 1000 ਜਿਹੜੀਆਂ ਡੈਥ ਹੁੰਦੀਆਂ ਕੋਵਿਡ ਤੋਂ ਹਿੰਦੁਸਤਾਨ 'ਚ, ਉਹਦੇ 'ਚ 33 ਔਰਤਾਂ ਤੇ 29 ਬੰਦੇ ਆ। ਹੁਣ ਇਹ ਜਿਹੜਾ ਹੈਗਾ ਲਗਭਗ ਸਮਝ ਨਹੀਂ ਆ ਰਹੀ ਕਿਉਂਕਿ ਇੱਕੋ ਕੰਟਰੀ ਜਿਹਦੇ ਵਿੱਚ ਇਹ ਪੈਟਰਨ ਹੈ। ਫਿਰ ਉਹਨਾਂ ਦੇ ਸਾਇੰਟਿਸਟ ਕਹਿੰਦੇ ਆ ਵੀ ਕੀ ਹੋ ਸਕਦਾ, ਇਮਿਊਨ ਸਿਸਟਮ ਦਾ ਤੇ ਚੱਕਰ ਨਹੀਂ ਹੋ ਸਕਦਾ ਕਿਉਂਕਿ ਇਮਿਊਨ ਸਿਸਟਮ ਤੇ ਔਰਤਾਂ ਦਾ ਤਗੜਾ। ਟਰਬਲ ਇਹ ਹੈਗਾ ਵੀ ਉਹ ਘਰ ਦੇ ਵਿੱਚ ਪ੍ਰੋਵਾਈਡ ਕਰਨ 'ਚ ਮਸ਼ਰੂਫ ਹੈਗੀ ਆ, ਆਪਣੀ ਸਿਹਤ ਪ੍ਰਤੀ ਉਹ ਨਹੀਂ ਦੇਖ ਰਹੇ ਕਿਉਂਕਿ ਉਹਨੂੰ ਰੋਟੀ ਪਾਣੀ ਬਣਾਉਣਾ ਪੈ ਰਿਹਾ, ਉਹਨੂੰ ਬਾਹਰੋਂ ਗਰੋਸਰੀ ਲੈ ਕੇ ਆਉਣੀ ਪੈ ਰਹੀ ਆ, ਸਬਜ਼ੀ ਭਾਜੀ ਉਹਨੂੰ ਕੁੱਕ ਕਰਨਾ ਪੈ ਰਿਹਾ, ਘਰ ਕਲੀਨ ਕਰਨਾ ਪੈ ਰਿਹਾ। ਆਪਣੇ ਵਾਸਤੇ ਟਾਈਮ ਨਹੀਂ। ਅਗਰ ਆਪਦੇ ਲੱਛਣ ਵੀ ਆ ਤੇ ਉਹ ਲੇਟ ਜਾਂਦੀ ਹੈ, ਚੱਲ ਕੋਈ ਨਹੀਂ, ਖੰਘ ਹੋਈ ਆ, ਬੁਖਾਰ ਹੋਇਆ, ਮੈਂ ਥੋੜੇ ਦਿਨ ਵੇਟ ਕਰ ਲਵਾਂ, ਕਿਉਂਕਿ ਉਹਦੇ ਸਿਰ ਦੇ ਉੱਤੇ ਪੂਰਾ ਘਰ ਚੱਲ ਰਿਹਾ। ਹਿੰਦੁਸਤਾਨ ਦੇ ਵਿੱਚ ਜਾਂ ਆਪਣੇ ਸਮਾਜ 'ਚ ਇੱਥੇ ਵੀ ਔਰਤਾਂ ਬਹੁਤ ਸਾਰਾ ਹੈਗਾ ਐਂਕਰਿੰਗ ਰੋਲ ਨਿਭਾਉਂਦੀਆਂ ਘਰ ਚਲਾਉਣ 'ਚ। ਦੂਜੀ ਗੱਲ ਹੈਗੀ ਵੀ ਘਰ ਦਾ ਵੈਂਟੀਲੇਸ਼ਨ ਜਿਹੜਾ ਹੈਗਾ ਸਿਸਟਮ ਸ਼ਾਇਦ ਠੀਕ ਨਾ ਹੋਵੇ, ਇਸ ਲਈ ਅਗਰ ਉਹਦੇ 'ਚ ਕੋਵਿਡ ਹੈਗਾ ਔਰ ਔਰਤਾਂ ਮੋਸਟਲੀ ਘਰੇ ਰਹਿੰਦੀਆਂ, ਕੰਮ 'ਚ ਬਹੁਤ ਘੱਟ ਜਾਂਦੀਆਂ ਹਿੰਦੁਸਤਾਨ 'ਚ, ਸ਼ਹਿਰਾਂ 'ਚ ਜਾਂਦੀਆਂ, ਲੇਕਿਨ ਮੋਸਟ ਆਫ ਦ ਵੂਮਨ ਹਿੰਦੁਸਤਾਨ 'ਚ ਉਹ ਕੰਮ ਤੇ ਨਹੀਂ ਜਾਂਦੀਆਂ। ਤੀਜੀ ਗੱਲ ਸੀ ਵੀ ਉਹਨਾਂ ਦਾ ਨਿਊਟ੍ਰੀਸ਼ਨ ਸਟੇਟਸ ਜਿਹੜਾ ਹੈਗਾ ਉਹ ਇੰਨਾ ਵਧੀਆ ਨਾ ਹੋਵੇ ਵੀ ਉਹਨਾਂ ਨੂੰ ਬਹੁਤ ਗੁਜ਼ਾਰੇ ਜਿੰਨਾ ਹੀ ਰਾਸ਼ਨ ਪਾਣੀ ਮਿਲਦਾ ਹੋਵੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਔਰ ਸਾਨੂੰ ਜ਼ਰੂਰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਬਗੈਰ ਇਹੋ ਜਿਹੇ ਕੰਡੀਸ਼ਨ 'ਚ ਹੈਗੀਆਂ ਤਾਂ ਕਿ ਉਹ ਜ਼ਿਆਦਾ ਘਾਤਕ ਨਾ ਹੋਵੇ। ਕਿਉਂਕਿ ਅਗਰ ਸਮਝੋ ਅਸੀਂ ਨਹੀਂ ਚਾਹੁੰਦੇ ਵੀ ਕੋਈ ਵੀ ਫੌਤ ਹੋਵੇ ਜਾਂ ਇਸ ਬਿਮਾਰੀ ਤੋਂ ਮਰੇ, ਲੇਕਿਨ ਅਗਰ ਲੇਡੀ ਚਲੇਗੀ ਨਾਲ ਬੱਚੇ ਰਹਿ ਗਏ ਤੇ ਫਿਰ ਉਹਨਾਂ ਨੂੰ ਪਾਲੂਗਾ ਕੌਣ? ਬੜਾ ਔਖਾ ਹੋ ਜਾਂਦਾ, ਇੱਕ ਸਮੱਸਿਆ ਖੜੀ ਹੋ ਜਾਂਦੀ ਹੈ। ਇੱਥੇ ਵੀ ਜਿਹੜੇ ਲੇਡੀਜ਼ ਜਿਹੜੀਆਂ ਹੈਗੀਆਂ ਜਿਨ੍ਹਾਂ ਦੀ ਡੈਥ ਹੋਈ ਉਹ ਗਾਂ ਬੱਚਿਆਂ ਦਾ ਕੀ ਬਣੂਗਾ? ਸੋ ਇਸ ਲਈ ਇਹ ਜਿਹੜੀ ਸਟੱਡੀ ਤੁਸੀਂ ਬਿਲਕੁਲ ਸਹੀ ਕੋਟ ਕਰ ਰਹੇ ਹੋ ਔਰ ਹਿੰਦੁਸਤਾਨ ਦੇ ਵਿੱਚ ਕੋਵਿਡ ਦਾ ਪੈਟਰਨ ਟੋਟਲੀ ਡਿਫਰੈਂਟ ਚੱਲ ਰਿਹਾ ਰੈਸਟ ਆਫ ਦ ਵਰਲਡ 'ਚ। ਉਹਨਾਂ ਦੇ ਕਲਚਰ, ਹਾਂ ਹਿੰਦੁਸਤਾਨ 'ਚ ਬੰਦੇ ਵੀ ਘੱਟ ਸਮੋਕ ਕਰਦੇ ਆ, ਲੇਡੀਜ਼ ਤਾਂ ਕਰਦੀਆਂ ਹੀ ਨਹੀਂ ਆ, ਉੱਕਾ ਪੁੱਕਾ ਕਰਦੀਆਂ ਹੋਣਗੀਆਂ। ਸੋ ਇਹ ਵੀ ਇੱਕ ਫੈਕਟਰ ਹੋ ਸਕਦਾ ਵੀ ਬੰਦੇ ਕਿਉਂ ਸੇਫ ਹੈਗੇ ਕਿਉਂਕਿ ਉਹਨਾਂ ਨੂੰ ਲੰਗ ਇਸ਼ੂਜ਼ ਘੱਟ ਆ। ਉਹਦੇ 'ਚ ਲੰਗ ਕੈਂਸਰ ਨਾਰਥ ਅਮਰੀਕਾ 'ਚ ਨੰਬਰ 1 ਹੈ, ਇੰਡੀਆ 'ਚ ਨੰਬਰ 1 ਨਹੀਂ ਆ ਲੰਗ ਕੈਂਸਰ। ਸੋ ਇਸ ਲਈ ਇਹ ਵੀ ਇੱਕ ਫੈਕਟਰ ਹੋ ਸਕਦਾ ਵੀ ਉਹ ਸਿਗਰਟ ਇੰਜਰੀ ਉਹਨਾਂ ਦੇ ਲੰਗਸ ਨੂੰ ਘੱਟ ਹੈ। ਜੀ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਹੈਗੀਆਂ ਨੇ ਕੋਵਿਡ-19 ਦੇ ਦੌਰਾਨ। ਬਹੁਤ ਸਾਰੀਆਂ ਕਮਿਊਨਿਟੀਜ਼ ਦੇ ਬਾਰੇ ਪਤਾ ਲੱਗ ਰਿਹਾ ਹੈਗਾ, ਇਮਿਊਨ ਸਿਸਟਮ ਬਾਰੇ ਪਤਾ ਲੱਗ ਰਿਹਾ ਹੈਗਾ, ਲੋਕਾਂ ਦੇ ਕਲਚਰ ਬਾਰੇ ਪਤਾ ਲੱਗ ਰਿਹਾ ਹੈ ਕਿ ਉਹ ਵੀ ਇਫੈਕਟ ਪਾ ਰਿਹਾ ਹੈਗਾ ਕਿ ਕਿਸ ਤਰ੍ਹਾਂ ਤੁਸੀਂ ਤੁਹਾਡਾ ਰਹਿਣ ਸਹਿਣ ਹੈਗਾ ਆ। ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਤੇ ਨਾਲ ਨਾਲ ਹੁਣ ਜਿਹੜਾ ਮੈਂਟਲ ਹੈਲਥ ਨਾ ਪਿਛਲੇ ਥੋੜੇ ਜਿਹੇ ਦਿਨ ਤੋਂ ਬਹੁਤ ਜ਼ਿਆਦਾ ਲਾਈਮਲਾਈਟ ਦੇ ਵਿੱਚ ਹੈਗਾ। ਮੈਂਟਲ ਹੈਲਥ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੁਸੀਂ ਮੈਂਟਲ ਹੈਲਥ ਦੇ ਵੱਲ ਧਿਆਨ ਦਿਓ ਕਿਉਂਕਿ ਅਸੀਂ ਫਿਜ਼ੀਕਲ ਹੈਲਥ ਵੱਲ ਧਿਆਨ ਦੇ ਲੈਂਦੇ ਆ, ਮੈਂਟਲ ਹੈਲਥ ਵੱਲ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦੇ ਜਿੰਨਾ ਸਾਨੂੰ ਦੇਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਮੈਂਟਲ ਹੈਲਥ ਦੇ ਉੱਤੇ ਕਿੰਨਾ ਕੁ ਧਿਆਨ ਰੱਖਣਾ ਚਾਹੀਦਾ ਆਪਣੀ ਨੋਰਮਲ ਲਾਈਫ ਦੇ ਵਿੱਚ? ਆਪਣੀ ਮੈਂਟਲ ਲਾਈਫ ਨੂੰ ਵਧੀਆ ਰੱਖਣ ਵਾਸਤੇ, ਬੈਲੈਂਸ ਰੱਖਣ ਵਾਸਤੇ ਕੀ ਕਰਨਾ ਚਾਹੀਦਾ? ਬਹੁਤ ਸੋਹਣਾ ਸਵਾਲ ਤੁਹਾਡਾ। ਦੇਖੋ ਜਦੋਂ WHO ਨੇ ਡੈਫੀਨੇਸ਼ਨ ਆਫ ਹੈਲਥ ਦਿੱਤਾ ਹੈ ਨਾ, ਉਹ ਡੈਫੀਨੇਸ਼ਨ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਹੈਲਥ ਇਜ਼ ਅ ਕੰਪਲੀਟ ਸਟੇਟ ਆਫ ਵੈਲਬੀਇੰਗ, ਫਿਜ਼ੀਕਲ, ਮੈਂਟਲ ਐਂਡ ਇਮੋਸ਼ਨਲ। ਉਹ ਤਿੰਨੋਂ ਗੱਲਾਂ ਉਹਨਾਂ ਨੇ ਵਿੱਚ ਅੰਕਿਤ ਕਰਤੀਆਂ, ਸਰੀਰ, ਮਨ ਔਰ ਆਤਮਾ। ਸਰੀਰ ਦੀ ਗੱਲ ਬਹੁਤ ਹੋ ਰਹੀ ਹੈ ਔਰ ਕੋਵਿਡ ਦੇ ਵਿੱਚ ਤਾਂ ਇੰਨਾ ਪੈਸਾ ਇਨਵੈਸਟ ਹੋ ਰਿਹਾ ਵੀ ਇਹ ਕਰੋ, ਉਹ ਕਰੋ, ਵੈਕਸੀਨ ਡਿਵੈਲਪ ਕਰੋ, ਰਿਸਰਚ ਕਰੋ, ਲੇਕਿਨ ਟਰਬਲ ਇਹ ਖੜੀ ਹੋ ਰਹੀ ਆ ਵੀ ਜਿਹੜੇ ਲੋਕਡਾਊਨ ਕਰਕੇ ਇਸ਼ੂਜ਼ ਖੜੇ ਹੋਏ, ਖਾਸ ਕਰਕੇ ਘਰਾਂ ਦੇ ਵਿੱਚ ਟਰੈਪ ਹੋ ਗਏ, ਸਾਡੀ ਰੋਜ਼ਮर्रा ਦੀ ਜਿਹੜੀ ਸੋਸ਼ਲਾਈਜੇਸ਼ਨ ਸੀ ਉਹ ਖਤਮ ਹੋ ਗਈ। ਕਈ ਫੈਮਿਲੀ ਨੂੰ ਫਾਈਨੈਂਸ਼ੀਅਲ ਇਸ਼ੂ ਹੋਇਆ। 3,80,000 ਤੋਂ ਜ਼ਿਆਦਾ ਜੌਬ ਤਾਂ BC 'ਚ ਚਲੇ ਗਈਆਂ। ਕੈਨੇਡਾ ਵਾਈਡ ਕਈ ਮਿਲੀਅਨ ਜੌਬਾਂ ਗਈਆਂ, ਕੀ ਪਤਾ ਨਹੀਂ ਉਹ ਜੌਬਾਂ ਆਉਣਗੀਆਂ ਨਹੀਂ ਆਉਣਗੀਆਂ। ਜਿਹੜੇ ਰਿਸ਼ਤੇ ਸੀ ਉਹਨਾਂ ਦੇ ਵਿੱਚ ਤਣਾਅ ਵਧੇ ਕਿਉਂਕਿ ਆਲ ਦ ਟਾਈਮ ਤੁਸੀਂ ਘਰ 'ਚ ਰਹਿਣਾ ਤੇ ਤੂੰ ਮੈਂ ਕਈ ਵਾਰ ਭਾਂਡੇ ਖੜਕ ਜਾਂਦੇ। ਸੋ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਉੱਭਰ ਕੇ ਆਈਆਂ। ਸੋ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਚਾਈਨਾ ਦੇ ਵਿੱਚ ਵੀ ਵਧੇਰੀ ਮਾਤਰਾ 'ਚ ਐਂਗਜ਼ਾਇਟੀ ਔਰ ਡਿਪਰੈਸ਼ਨ ਰਿਪੋਰਟ ਕੀਤਾ ਜਾ ਰਿਹਾ।
ਔਰ ਅੱਜ ਹੀ ਰਿਪੋਰਟ ਆਈ ਹੈ ਡਾਕਟਰ ਸ਼ਾਰਲਿਨ ਲੇਵੀ ਦੀ, ਉਹਨਾਂ ਨੇ 2000 ਜਿਹੜੀ ਪ੍ਰੈਗਨੈਂਟ ਵੂਮਨ ਆ ਅਪ੍ਰੈਲ ਤੋਂ ਉਹਨਾਂ ਨੂੰ ਮੋਨੀਟਰ ਕਰ ਰਹੇ ਆ ਫੋਨ ਰਾਹੀਂ, ਤਾਂ ਉਹ 3 ਤੋਂ 4 ਟਾਈਮਸ ਜ਼ਿਆਦਾ ਦੱਸ ਰਹੀਆਂ ਵੀ ਉਹਨਾਂ ਨੂੰ ਐਂਗਜ਼ਾਇਟੀ ਔਰ ਡਿਪਰੈਸ਼ਨ ਦੇ ਲੱਛਣ ਹੈ, ਕਿਉਂਕਿ ਉਹ ਚਿੰਤਤ ਹੈਗੀ ਆ ਆਪਣੇ ਸਿਹਤ ਬਾਰੇ, ਆਪਣੇ ਬੇਬੀ ਬਾਰੇ ਜਿਹੜੇ ਉਹਨਾਂ ਦੀ ਕੁੱਖ 'ਚ ਹੈਗਾ, ਘਰ ਨੂੰ ਜੌਬ ਮਿਲਣਾ ਕਿ ਨਹੀਂ ਮਿਲਣਾ, ਰੋਟੀ ਪਾਣੀ ਕਿੱਦਾਂ ਚੱਲੂਗਾ, ਤੇ ਨਾਲ ਪਤੀ ਪਰਮੇਸ਼ਵਰ ਦੇ ਨਾਲ ਵੀ ਜਿਹੜੀ ਕਸ਼ਮਕਸ਼ ਚੱਲ ਰਹੀ ਹੈ। ਸੋ ਇਹਦੇ ਵਿੱਚ ਸਾਨੂੰ ਕਾਉਂਸਲਿੰਗ ਦੀ ਲੋੜ ਆ, ਸਾਨੂੰ ਇਨਵੈਸਟਮੈਂਟ ਦੀ ਲੋੜ ਆ, ਸਾਨੂੰ ਸਪਿਰਿਚੁਅਲਿਜ਼ਮ ਦੀ ਲੋੜ ਆ, ਸਾਨੂੰ ਸਾਈਕੈਟ੍ਰਿਕ ਹੈਲਪ ਦੀ, ਸਾਈਕੋਲੋਜੀਕਲ ਹੈਲਪ ਦੀ ਲੋੜ ਹੈ, ਸ਼ਾਇਦ ਦਵਾਈਆਂ ਵੀ ਦੇਣੀਆਂ ਪੈਣ ਅਗਰ ਸਿੰਪਟਮਸ ਵਰਸ ਹੁੰਦੇ। ਦੂਜਾ ਕੋਵਿਡ ਨੂੰ ਛੱਡ ਕੇ, ਕੋਵਿਡ ਦੇ ਨਾਲ ਦੇਖੋ 170 ਮੌਤਾਂ ਹੋਈਆਂ BC 'ਚ, ਠੀਕ ਹੈ 6 ਮਹੀਨੇ ਹੋ, ਲੇਕਿਨ ਮਈ ਮਹੀਨੇ ਦੇ ਵਿੱਚ ਹੀ ਇੱਥੇ ਓਪੀਆਇਡ ਓਵਰਡੋਸ 'ਚ 170 ਮੌਤਾਂ ਹੋਈਆਂ 1 ਮਹੀਨੇ ਦੇ ਵਿੱਚ, ਉਹ ਵੀ ਇੱਕ ਬਹੁਤ ਵੱਡਾ ਹੈਲਥ ਐਮਰਜੈਂਸੀ ਹੈਗੀ ਹੈ ਜੀ। ਦੇ ਜਿਹੜਾ ਫਰੇਜ਼ਰ ਹੈਲਥ ਦਾ ਜਿਹੜਾ ਮੁਜਸਮਾ ਸਰੀ, ਡੈਲਟਾ, ਐਬਟਸਵਰਡ ਤੱਕ ਚੱਲਦਾ, ਉਹਨਾਂ ਦੱਸਿਆ ਵੀ ਜਿਹੜਾ ਸਾਊਥ ਏਸ਼ੀਅਨ ਪੋਪੂਲੇਸ਼ਨ ਵਿੱਚ 288% ਇਨਕਰੀਜ਼ ਡੈਥ ਹੋਈਆਂ ਪਿਛਲੇ ਕੁਝ ਸਾਲ, ਔਰ ਰੈਗੂਲਰਲੀ ਹੁੰਦੀ ਵੀ ਵਧਿਆ, ਉਹ 130% ਸੀ ਜਿਹੜਾ ਰੈਗੂਲਰ ਪੋਪੂਲੇਸ਼ਨ ਸੀ ਨਾਨ ਸਾਊਥ ਏਸ਼ੀਅਨ, ਲੇਕਿਨ ਸਾਊਥ ਏਸ਼ੀਅਨ 288% ਵਧਿਆ। ਉਹਦੇ ਵਿੱਚ ਜਿਹੜਾ ਯੂਥ ਹੈਗਾ ਬਹੁਤ ਵੱਡੀ ਮਾਤਰਾ 'ਚ ਆ, ਔਸਤ ਉਮਰ ਜਿਹੜੀ ਹੈਗੀ 25 ਸਾਲ ਦੀ, 80% ਮੁੰਡੇ ਆ, ਲੇਕਿਨ ਔਰਤਾਂ ਜਿਹੜੀਆਂ ਹੈਗੀਆਂ 40 ਸਾਲ ਤੋਂ ਉੱਤੇ ਵੀ ਉਹਨਾਂ ਦੀ ਡੈਥ ਹੋਈ ਆ, ਔਰ ਉਹਨਾਂ ਦੇ ਵਿੱਚ ਉਹਨਾਂ ਦੇ ਬੇਬੀਜ਼ ਬੱਚੇ ਵੀ ਹੈਗੇ ਆ। ਬਹੁਤ ਸਾਰਿਆਂ ਨੇ ਮੈਂਟਲ ਹੈਲਥ ਦੱਸਿਆ ਵੀ ਇੱਕ ਵੱਡਾ ਫੈਕਟਰ ਸੀ। ਇੰਟਰਪਰਸਨਲ ਕੌਨਫਲਿਕਟ, ਵੀ ਆਪਾਂ ਘਰਾਂ 'ਚ ਰਹਿੰਦੇ ਆ ਲੇਕਿਨ ਕੋਈ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਜਾਂ ਸਮਝ ਨਹੀਂ ਰਿਹਾ, ਉਹਨੂੰ ਕਹਿੰਦੇ ਇੰਟਰਪਰਸਨਲ ਕੌਨਫਲਿਕਟ। ਇਹ ਦੋ ਸਾਹਮਣੇ ਉਭਰ ਕੇ ਆ। ਇਸ ਲਈ ਸਰੀ ਦੇ ਵਿੱਚ, ਡੈਲਟਾ ਦੇ ਵਿੱਚ, ਐਬਟਸਫੋਰਡ ਔਰ ਪੂਰੇ ਲੋਅਰ ਮੇਨਲੈਂਡ 'ਚ ਸਾਨੂੰ ਪੰਜਾਬੀ ਸਰਵਿਸ ਚਾਹੀਦੀਆਂ ਜਿਹੜੇ ਸਾਡੇ ਕਲਚਰ ਸੈਂਸਿਟਿਵ ਹੋਣ। ਰੋਸ਼ਨੀ ਕਲੀਨਿਕ ਜਿਹੜੀ ਇੱਥੇ ਹੈਗੀ ਹੈ ਡੀ ਐਡਿਕਸ਼ਨ ਵਾਸਤੇ, ਉਹਦੀ ਸਰਵਿਸਿਜ਼ ਵਧਾਉਣੀਆਂ ਚਾਹੀਦੀਆਂ। ਸੋ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਇਹ 'ਚ ਕਰਨਾ ਚਾਹੀਦਾ, ਔਰ ਸਾਨੂੰ ਹੋਪ ਕ੍ਰੀਏਟ ਕਰਨੀ ਚਾਹੀਦੀ ਆ ਵੀ ਅਸੀਂ ਇਸ ਦੁੱਖੋਏ ਵਾਲੇ ਪੀਰੀਅਡ ਤੋਂ ਬਾਹਰ ਆਵਾਂਗੇ। ਉਹਦੇ ਤੁਹਾਨੂੰ ਤੁਹਾਡਾ ਜੋ ਵੀ ਤੁਹਾਡਾ ਇਸ਼ਟ ਹੈ ਉਹ ਵੀ ਬਹੁਤ ਹੈਲਪ ਕਰਦਾ, ਕਿਉਂਕਿ ਉਹ ਤੁਹਾਨੂੰ ਸਪੋਰਟ ਦਿੰਦਾ, ਐਂਕਰਿੰਗ ਦਿੰਦਾ। ਸੋ ਇਸ ਵੇਲੇ ਸਮਾਜ ਜਿਹੜਾ ਹੈਗਾ ਜਿੱਥੇ ਸਰੀਰਕ ਪੀੜਾ ਤੋਂ ਲੰਘ ਰਿਹਾ, ਉੱਥੇ ਮਾਨਸਿਕ ਪੀੜਾ ਤੋਂ ਵੀ ਬਹੁਤ ਜ਼ਿਆਦਾ ਲੰਘ ਰਿਹਾ, ਲੇਕਿਨ ਉਹ ਸਮਾਜ 'ਚ ਕਈ ਵਾਰ ਓਪਨ ਡਿਸਕਸ਼ਨ ਨਹੀਂ ਹੁੰਦੀ। ਸਾਡੇ ਹੁੰਦੇ ਆ, ਫੀਅਰਸ ਹੁੰਦੇ ਆ, ਛੜ ਪੜਾ ਸਾਡੀ ਫੈਮਿਲੀ ਨੂੰ ਕੋਈ ਦਾਗ ਨਾ ਲੱਗ ਜਾਏ, ਕੀ ਕਹਿਣਗੇ ਵੀ ਇਹਨਾਂ ਦਾ ਡਿਪਰੈਸ਼ਨ ਹੋ ਗਿਆ, 4 ਕਾਰਾਂ ਪਈਆਂ, ਬਹੁਤ ਵੱਡਾ ਘਰ ਆ, ਬਿਜ਼ਨਸ ਆ, ਲੇਕਿਨ ਇਹ ਕਿਸੇ ਨੂੰ ਵੀ ਹੋ ਸਕਦਾ। ਸੋ ਇਸ ਲਈ ਸਾਨੂੰ ਇਹਦੇ ਲਈ ਸੁਚੇਤ ਰਹਿਣਾ ਚਾਹੀਦਾ। ਪਿਛਲੇ ਹੀ ਕੁਝ ਹਫ਼ਤਿਆਂ 'ਚੋਂ ਅਸੀਂ ਰਿਪੋਰਟ ਬਾਲੀਵੁੱਡ ਤੋਂ ਦੇਖ ਰਹੇ ਹਾਂ, ਸੁਸ਼ਾਂਤ ਰਾਜਪੂਤ ਨੇ ਡਿਪਰੈਸ਼ਨ ਕਰਕੇ ਸੁਸਾਈਡ ਕੀਤੀ, ਕਈ ਹੋਰ ਕਰ ਰਹੇ ਆ ਜਿਨ੍ਹਾਂ ਨੂੰ ਜੌਬ ਨਹੀਂ ਮਿਲ ਰਹੀ, ਹਨਾ, ਕਿਉਂਕਿ ਜਿਹੜੀ ਫਿਲਮ ਇੰਡਸਟਰੀ ਉਹ ਵੀ ਆ, ਕੰਮ ਕਰੋਗੇ ਪੈਸਾ ਮਿਲੂਗਾ, ਕੰਮ ਨਹੀਂ ਤੇ ਪੈਸਾ ਨਹੀਂ। ਸੋ ਆਲ ਓਵਰ ਦਾ ਵਰਲਡ ਜਿਹੜੀ ਹੈਗੀ ਆ ਇਹ ਟਰਬਲ ਵੱਧ ਰਹੀ ਆ, ਔਰ ਸਾਨੂੰ ਇਸ ਭੀੜੇ ਦੌਰ ਤੋਂ, ਦੁੱਖਦ ਵਾਲੇ ਦੌਰ ਤੋਂ ਪੋਜ਼ਿਟਿਵਲੀ ਹੋ ਕੇ ਲੰਘਣਾ ਪੈਣਾ। ਜੀ ਬਿਲਕੁਲ। ਤੇ ਨਾਲ ਹੁਣ ਜਾਂਦੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ? ਅੱਜ ਜੋ ਵੀ ਸਾਡੀ ਗੱਲਬਾਤ ਹੋਈ ਹੈਗੀ ਆ, ਬਹੁਤ ਹੀ ਤੁਸੀਂ ਇਨਫੋਰਮੇਸ਼ਨ ਦਿੱਤੀ ਹੈਗੀ ਹੈ ਕਿ ਕੀ ਕੁਝ ਹੋ ਰਿਹਾ COVID-19 ਨੂੰ ਲੈ ਕੇ। ਮੈਨੂੰ ਲੱਗਦਾ ਹੋਰ ਡਿਸਕਸ਼ਨਸ ਜਿਹੜੀਆਂ ਨੇ, ਮੈਨੂੰ ਲੱਗਦਾ ਹਰੇਕ ਹਫ਼ਤੇ ਜਿਵੇਂ ਅਸੀਂ ਕਰਦੇ ਹੈਗੇ ਆ, ਕੁਝ ਨਵਾਂ ਨਿਕਲ ਕੇ ਸਾਹਮਣੇ ਆਉਂਦਾ ਹੈਗਾ ਆ, ਤੇ ਤੁਸੀਂ ਹਮੇਸ਼ਾ ਸਾਨੂੰ ਪੋਜ਼ਿਟਿਵ ਮੈਸੇਜ ਹੀ ਦਿੰਦੇ ਹੋ। ਤੇ ਅੱਜ ਕੀ ਪੋਜ਼ਿਟਿਵ ਮੈਸੇਜ ਆ ਤੁਹਾਡੇ ਵੱਲੋਂ? ਪੋਜ਼ਿਟਿਵ ਇਹੀ ਹੈਗਾ ਵੀ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਵੀ ਤੂੰ ਪਰਮੇਸ਼ਵਰ ਦਾ ਹੀ ਅੰਗ ਹੈਗਾ। ਬਸ ਇਹ ਤੈਨੂੰ ਬੋਧ ਹੋਣਾ ਚਾਹੀਦਾ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਜ ਰਾਸ, ਵੀ ਸਰੈਂਡਰ ਕਰ ਦੋ। ਆਪਣਾ ਜਿਹੜਾ ਆਏ ਆ ਉਹਨੂੰ ਛੱਡ ਕੇ ਦਾਓ 'ਚ ਜਾਂ ਵੀ ਤੇ ਚਲੇ ਜਾਓ, ਔਰ ਅੰਦਰੋਂ ਜਿਹੜਾ ਹੈਗਾ ਪ੍ਰੇਮ, ਸ਼ਰਧਾ, ਭਾਵਨਾ, ਗ੍ਰੇਸ, ਡਿਵਿਨਿਟੀ, ਬਲੈਸਿੰਗਸ ਆਉਣ। ਬਾਕੀ ਮੈਂ ਜਾਣਿਆ ਦੁੱਖ ਮੁਝਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਕਰ ਕਰ ਇਹੀ ਆ। ਸਾਰੇ ਪਾਸੇ ਕੁਛ ਨਾ ਕੁਛ ਦੁੱਖ ਹੈਗਾ, ਲੇਕਿਨ ਕੇਤਿਆਂ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਜਿੰਨੇ ਮਰਜ਼ੀ ਦੁੱਖ ਹੋਣ, ਭੁੱਖ ਹੋਵੇ, ਸਦਮਾਰ ਹੋਏ, ਅਗਰ ਆਪਾਂ ਉਹਨੂੰ ਪ੍ਰਸਾਦ ਵਾਂਗ ਲੈਂਦੇ ਆ ਤਾਂ ਸਾਨੂੰ ਹਰਟ ਨਹੀਂ ਕਰਦਾ। ਸੋ ਸਾਨੂੰ ਮਾਈਂਡ ਦਾ ਜਿਹੜਾ ਹੈਗਾ ਸੋਚਣਾ, ਉਹਨੂੰ ਸ਼ਿਫਟ ਕਰਨਾ ਪੈਣਾ, ਸਾਨੂੰ ਫੋਕਸ ਰਹਿਣਾ ਪੈਣਾ, ਸਰੀਰ ਦੀ ਵੀ ਦੇਖਭਾਲ ਕਰਨੀ ਪੈਣੀ ਆ, ਮਨ ਦੀ ਵੀ ਤੇ ਆਤਮਾ ਦੇ ਤਲ ਦੇ ਉੱਤੇ ਵੀ, ਤਿੰਨਾਂ ਨੂੰ ਬੈਲੈਂਸ ਰੱਖਣਾ ਚਾਹੀਦਾ। ਫਿਰ ਲੋਕ ਸੁਖੀ ਹੈ, ਪਰ ਲੋਕ ਸੁਹੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਇੱਥੇ ਗੱਲਬਾਤ ਹੋਈ ਡਾਕਟਰ ਪ੍ਰਗਟ ਸਿੰਘ ਭੁਰਜੀ ਦੇ ਨਾਲ, ਤੇ ਇਹਨਾਂ ਦੀ ਗੱਲ ਦੇ ਵਿੱਚ ਮੈਂ ਇੱਕ ਹੋਰ ਐਡ ਕਰਨਾ ਚਾਹੁੰਦੀ ਹਾਂ ਕਿ ਜੋ ਕੁਝ ਹੁੰਦਾ ਉਹ ਚੰਗੇ ਦੇ ਲਈ ਹੁੰਦਾ ਹੈ। ਸ਼ਾਇਦ ਅਸੀਂ ਜੇ ਚੰਗਾ ਸੋਚ ਕੇ ਇਹਦੇ ਨਾਲ ਚੱਲੀਏ ਤਾਂ ਸ਼ਾਇਦ ਫਿਊਚਰ ਦੇ ਵਿੱਚ ਵੀ ਜਿਹੜੀ ਭਲਾਈ ਹੈਗੀ ਹੈ, ਚੰਗਿਆਈ ਹੈ, ਉਹ ਸਾਹਮਣੇ ਆਵੇਗੀ।
ਹੋਰ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ COVID-19 ਨੂੰ ਲੈ ਕੇ, ਦੇਸ਼ ਵਿਦੇਸ਼ ਦੇ ਵਿੱਚ ਕੀ ਹੋ ਰਿਹਾ, ਗਲੋਬਲੀ ਕੀ ਹੋ ਰਿਹਾ ਹੈਗਾ ਆ। ਸੋ ਉਹ ਸਾਰੀਆਂ ਚੀਜ਼ਾਂ ਦੇ ਲਈ ਤੁਹਾਨੂੰ ਦੇਖਣਾ ਪੈਣਾ ਸਾਂਝਾ ਟੀਵੀ। ਪਰ ਇਸ ਵੇਲੇ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।